Very good evening, students. Our next topic is Laplacian operator. Now, the first question is, what do you mean by Laplacian operator? Laplacian means when we multiply divergence into divergence. That means del dot del is equal to del square. This term is known as Laplacian operator. Laplacian is a scientist name who generate this operator. That's why the operator is named by his name. Okay. So if we're going to solve this function, it will be del dot del, or you can say that divergence dot divergence is equal to, now we know that what is the value of del, that is curly by curly x into I cap plus partial derivative of y having j component, z partial derivative of z having k component. Similarly, we open this factor also. When we going to multiply these two factors, here curly into curly will be curly square, curly x into curly x, that will be curly x square, plus curly into curly, that is curly square, divided by curly y square plus curly square curly z square, right? So I j k, ਸਿਮਿਲਰਲੀ ਆਈ ਜੇ ਕੇ ਜਿਹੜੇ ਫੰਕਸ਼ਨਸ ਨੇ, ਆਪਾਂ ਨੂੰ ਪਤਾ ਡਾਟ ਪ੍ਰੋਡਕਟ ਜਦੋਂ ਆਪਾਂ ਕਿਸੇ ਦਾ ਲੈਂਦੇ ਹਾਂ ਆਈ ਡਾਟ ਆਈ ਇਜ਼ ਇਕੁਅਲ ਟੂ 1, ਠੀਕ ਹੈ। ਸਿਮਿਲਰਲੀ ਜੇ ਡਾਟ ਜੇ ਇਜ਼ ਇਕੁਅਲ ਟੂ 1 ਐਂਡ ਕੇ ਡਾਟ ਕੇ ਇਜ਼ ਇਕੁਅਲ ਟੂ 1, ਅਤੇ 1 ਨੂੰ ਜਦੋਂ ਆਪਾਂ ਕਿਸੇ ਫੰਕਸ਼ਨ ਨਾਲ ਮਲਟੀਪਲਾਈ ਕਰਦੇ ਹੋ ਸੇਮ ਹੀ ਰਹਿ ਜਾਂਦਾ, ਠੀਕ ਹੈ। ਦੈਟਸ ਵਾਈ ਉਹ ਟਰਮ ਜਿਹੜੀ ਆ ਇੱਥੇ ਨਹੀਂ ਕੰਸੀਡਰ ਕੀਤੀ ਗਈ। ਇਹ ਸੀਗਾ ਲੈਪਲੇਸ਼ੀਅਨ ਓਪਰੇਟਰ। ਸੋ ਨੈਕਸਟ ਆਪਣੇ ਕੋਲ ਹੀ ਗ੍ਰੇਡੀਐਂਟ ਆਫ ਸਕੇਲਰ ਫੀਲਡ। ਗ੍ਰੇਡੀਐਂਟ ਦਾ ਮਤਲਬ ਹੁੰਦਾ ਗ੍ਰੈਡ ਫਾਈ, ਅਤੇ ਗ੍ਰੇਡੀਐਂਟ ਨੂੰ ਆਪਾਂ ਡੈਲ ਲਿਖਦੇ ਹਾਂ, ਠੀਕ ਆ, ਫਾਈ ਐਜ਼ ਇਟ ਇਜ਼। ਹੁਣ ਇਹਦੀ ਵੈਲਿਊ ਆਪਾਂ ਬਾਰ-ਬਾਰ ਪੜ੍ਹੀਏ ਇੱਕ ਚੀਜ਼ ਵੀ ਕੀ ਹੁੰਦੀ ਹੈ, ਕਰਲੀ ਬਾਈ ਕਰਲੀ ਐਕਸ। 3 ਡਾਇਮੈਂਸ਼ਨ ਸਿਸਟਮ ਦੇ ਵਿੱਚ ਇਹਨੂੰ ਆਪਾਂ ਖੋਲ੍ਹਦੇ ਹਾਂ, ਪਾਰਸ਼ਲ ਡੈਰੀਵੇਟਿਵ ਉਹਨਾਂ ਦਾ ਲੈਂਦੇ ਹਾਂ, ਤਿੰਨੋਂ ਡਾਇਮੈਂਸ਼ਨ ਦਾ, ਐਕਸ ਦਾ, ਵਾਈ ਦਾ, ਜ਼ੈਡ ਦਾ। ਜੇ ਪਾਰਸ਼ਲ ਡੈਰੀਵੇਟਿਵ ਆਪਾਂ ਨੂੰ ਪਤਾ ਕਰਲੀ ਬਾਈ ਕਰਲੀ ਨੂੰ ਪਾਰਸ਼ਲ ਡੈਰੀਵੇਟਿਵ ਕਹਿੰਦੇ ਆ। ਐਕਸ ਲੈਣੀ ਡਾਇਰੈਕਸ਼ਨ ਉਹਦਾ ਕੰਪੋਨੈਂਟ ਆਈ ਕੈਪ ਆ, ਵਾਈ ਲੈਣੀ ਉਹਦਾ ਕੰਪੋਨੈਂਟ ਜੀ ਕੈਪ ਆ। ਸਿਮਿਲਰਲੀ ਕੀ ਨਾਲ ਇਹਦੇ ਫਾਈ ਐਜ਼ ਇਟ ਇਜ਼ ਮਲਟੀਪਲਾਈ ਹੋ ਗਿਆ। ਹੁਣ ਜਦੋਂ ਆਪਾਂ ਇਹਨੂੰ ਸੋਲਵ ਕਰਨਾ, ਫਾਈ ਨੇ ਐਸ ਫੰਕਸ਼ਨ ਨਾਲ ਵੀ ਮਲਟੀਪਲਾਈ ਹੋਣਾ, ਐਸ ਫੰਕਸ਼ਨ ਨਾਲ ਵੀ, ਅਤੇ ਐਸ ਫੰਕਸ਼ਨ ਨਾਲ ਵੀ। ਇਹ ਬਣੂਗਾ ਕੀ, ਕਰਲੀ ਫਾਈ ਬਾਈ ਕਰਲੀ ਐਕਸ ਇੰਟੂ ਆਈ ਕੈਪ, ਠੀਕ ਹੈ ਜੀ, ਪਲੱਸ ਕਰਲੀ ਫਿਰ ਫਾਈ ਨੇ ਮਲਟੀਪਲਾਈ ਹੋਣਾ ਬਾਈ ਕਰਲੀ ਵਾਈ ਇੰਟੂ ਜੀ ਕੈਪ। ਸਿਮਿਲਰਲੀ ਫॉर ਦਿਸ, ਅਤੇ ਫਾਈ ਕੀ ਹੁੰਦਾ ਆਪਣੇ ਕੋਲ, ਵੈਕਟਰ ਕੁਆਂਟਿਟੀ, ਠੀਕ ਆ। ਹੁਣ ਜੇ ਮੈਂ ਇਹਨੂੰ ਸਿੰਪਲ ਲਿਖਣਾ ਹੋਵੇ ਨਾ, ਅਤੇ ਇਹਨੂੰ ਆਪਾਂ ਐਵੇਂ ਵੀ ਲਿਖ ਦਿੰਦੇ ਹਾਂ ਕਿ ਈ ਇਜ਼ ਇਕੁਅਲ ਟੂ ਡੈਲ ਇੰਟੂ ਫਾਈ। ਇਹਦਾ ਕੀ ਮਤਲਬ ਆ, ਲੈਮਰ ਫੀਲਡ, ਠੀਕ ਹੈ, ਲੈਮਰ ਫੀਲਡ, ਜਾਂ ਫਿਰ ਇਹਨੂੰ ਤੁਸੀਂ ਕਹਿੰਦੇ ਹੋ ਗ੍ਰੇਡੀਐਂਟ ਆਫ ਸਕੇਲਰ ਫੀਲਡ। ਜੇ ਆਪਾਂ ਇਹਦੀ ਡੈਫੀਨੇਸ਼ਨ ਦੀ ਗੱਲ ਕਰੀਏ, ਅਸੀਂ ਕਹਿੰਦੇ ਹਾਂ ਅਸੀਂ ਸਕੇਲਰ ਫੀਲਡ ਲੈਂਦੇ ਹਾਂ ਕੋਈ ਵੀ ਫਾਈ, ਉਹਨੂੰ ਡੈਲ ਓਪਰੇਟਰ 'ਤੇ ਜਦੋਂ ਆਪਾਂ ਓਪਰੇਟ ਕਰਾਉਂਦੇ ਹਾਂ, ਜਦੋਂ ਉਹ ਚੀਜ਼ ਉਹ ਫੰਕਸ਼ਨ ਜਿਵੇਂ ਵਰਕ ਕਰਦਾ ਉਹਨੂੰ ਕਹਿੰਦੇ ਗ੍ਰੇਡੀਐਂਟ। ਦੁਬਾਰਾ ਸੁਣੋ, ਸਕੇਲਰ ਫੀਲਡ ਨੂੰ ਜਦੋਂ ਆਪਾਂ ਡੈਲ ਓਪਰੇਟਰ 'ਤੇ ਓਪਰੇਟ ਕਰਵਾਉਂਦੇ ਹਾਂ, ਜਿਹੜਾ ਫੰਕਸ਼ਨ ਜਨਰੇਟ ਹੁੰਦਾ ਉਹਨੂੰ ਬੋਲਦੇ ਆ ਸਕੇਲਰ ਫੀਲਡ, ਔਰ ਯੂ ਕੈਨ ਸੇ ਦੈਟ ਗ੍ਰੇਡੀਐਂਟ ਆਫ ਸਕੇਲਰ ਫੀਲਡ, ਠੀਕ ਹੈ ਜੀ। ਸੋ ਆਫਟਰ ਦੈਟ ਇੱਕ ਕੁਐਸਚਨ ਹੁੰਦਾ ਪੇਪਰ 'ਚ, ਗ੍ਰੇਡੀਐਂਟ ਆਫ ਸਕੇਲਰ ਪੁਆਇੰਟ। ਮੰਨ ਲਓ ਮੈਂ ਇੱਕ ਐਗਜ਼ਾਮਪਲ ਕੰਸੀਡਰ ਕੀਤੀ ਆ ਕਿ ਇਫ ਐਫ ਇਜ਼ ਅ ਫੰਕਸ਼ਨ ਆਫ ਐਕਸ ਵਾਈ ਜ਼ੈਡ, 3 ਡਾਇਮੈਂਸ਼ਨ ਦਾ, ਬੀ ਅ ਸਕੇਲਰ ਪੁਆਇੰਟ ਫੰਕਸ਼ਨ ਐਂਡ ਕੰਟੀਨਿਊਸਲੀ ਡਿਫਰੈਂਸ਼ੀਏਬਲ ਦੈਨ ਦੀ ਵੈਕਟਰ। ਜੇ ਆਪਾਂ ਕਹਿੰਦੇ ਹਾਂ ਵੀ 3 ਡਾਇਮੈਂਸ਼ਨਲ ਸਿਸਟਮ ਆ, ਕੋਈ ਵੀ ਐਫ ਆਪਾਂ ਕੰਸੀਡਰ ਕੀਤਾ, ਆਪਾਂ ਕੰਟੀਨਿਊਸਲੀ ਉਹਦਾ ਡੈਰੀਵੇਟਿਵ ਕਰਦੇ ਜਾਂਦੇ ਹਾਂ, ਅਤੇ ਵੈਕਟਰ ਬਣੂਗਾ ਕੀ, ਉਹ ਬਣੂਗਾ ਡੈਲ ਇੰਟੂ ਐਫ। ਸਭ ਤੋਂ ਪਹਿਲਾਂ ਤਾਂ ਆਪਾਂ ਡਾਇਵਰਜੈਂਸ ਹੀ ਲਿਖਣੀ ਹੈ ਨਾ, ਇਹਨੂੰ ਆਪਾਂ ਓਪਨ ਕਰ ਦੇਣਾ, ਆਪਾਂ ਪਹਿਲਾਂ ਵੀ ਪੜ੍ਹਿਆ ਸੀ। ਆਈ ਕੈਪ ਨੂੰ ਹੁਣ ਇੱਥੇ ਲਿਖੋ ਜਾਂ ਇੱਥੇ ਲਿਖੋ, ਕੋਈ ਫਰਕ ਨਹੀਂ ਪੈਂਦਾ, ਠੀਕ ਹੈ। ਦੈਟਸ ਵਾਈ ਮੈਨੂੰ ਇੱਥੇ ਯੂਜ਼ ਕੀਤਾ ਇਸ ਵਾਰ, ਕਿ ਕੋਈ ਕਨਫਿਊਜ਼ਨ ਨਾ ਰਵੇ। ਐਫ ਨੇ ਆਪਾਂ ਨੂੰ ਪਤਾ ਸਾਰੇ ਨਾਲ ਮਲਟੀਪਲਾਈ ਹੋਣਾ, ਤਾਂ ਕਰਕੇ ਕਰਲੀ ਬਾਈ ਕਰਲੀ ਐਫ ਇੰਟੂ ਕਰਲੀ ਬਾਈ ਕਰਲੀ ਐਕਸ ਇੰਟੂ ਆਈ ਕੈਪ। ਸਿਮਿਲਰਲੀ ਜੇ ਐਂਡ ਸਿਮਿਲਰਲੀ ਕੇ। ਇਹਨੂੰ ਕੀ ਕਹਿੰਦੇ ਆਪਾਂ, ਗ੍ਰੇਡੀਐਂਟ ਆਫ ਐਫ। ਜਿਹੜਾ ਅੱਖਰ ਇੱਥੇ ਲਿਖਤਾ ਜਾਂ ਜਿਹੜਾ ਅੱਖਰ ਇੱਥੇ ਲਿਖਤਾ, ਉਹਦਾ ਮਤਲਬ ਹੁੰਦਾ ਗ੍ਰੇਡੀਐਂਟ ਆਫ ਦੈਟ। ਹੁਣ ਇੱਥੇ ਮੈਂ ਐਫ ਲਿਖਿਆ, ਤਾਂ ਕਰਕੇ ਇੱਥੇ ਮੈਂ ਗ੍ਰੇਡੀਐਂਟ ਆਫ ਐਫ ਲਿਖਤਾ, ਠੀਕ ਆ। ਗ੍ਰੇਡੀਐਂਟ ਪੂਰਾ ਨਹੀਂ ਲਿਖਦੇ, ਉਹਦੀ ਐਬਰੀਵੇਸ਼ਨ ਹੁੰਦੀ ਹੈ ਗ੍ਰੈਡ ਫਾਈ। ਹੁਣ ਕੁਝ ਬੇਸਿਕ ਟਰਮਸ ਆ ਜਿਹੜੀਆਂ ਤੁਸੀਂ ਯਾਦ ਰੱਖਣੀਆਂ, ਠੀਕ ਆ, ਜਿੱਥੋਂ ਸਾਡੀ ਗ੍ਰੈਜੂਏਸ਼ਨ ਜਿਹੜੀ ਆ ਉਹ ਤੁਰਨੀ ਆ। ਕਰਲ ਆਫ ਗ੍ਰੇਡੀਐਂਟ ਐਫ, ਕਰਲ ਹੋਵੇ ਉਹਦਾ ਮਤਲਬ ਹੁੰਦਾ ਕ੍ਰੋਸ ਪ੍ਰੋਡਕਟ, ਕਾਹਦਾ, ਡਾਇਵਰਜੈਂਸ ਦਾ। ਗ੍ਰੇਡੀਐਂਟ ਮਤਲਬ ਡੈਲ, ਗ੍ਰੇਡੀਐਂਟ ਐਫ ਦਾ ਮਤਲਬ ਡੈਲ ਇੰਟੂ ਫਾਈ। ਐਫ ਸਾਰਿਆਂ ਨੂੰ ਆਉਣਾ ਹੀ ਆਉਣਾ ਫੰਕਸ਼ਨ, ਠੀਕ ਆ, ਠੀਕ ਹੈ ਜੀ। ਨੈਕਸਟ ਆਪਣੇ ਕੋਲ ਦੇਖੋ ਡਾਇਵਰਜੈਂਸ ਆਫ ਕਰਲ ਐਫ। ਡਾਇਵਰਜੈਂਸ ਦਾ ਮਤਲਬ ਹੁੰਦਾ ਡੈਲ ਡਾਟ ਕਰਲ, ਕਰਲ ਦਾ ਮਤਲਬ ਫਿਰ ਕੀ ਆ, ਡੈਲ ਕ੍ਰੋਸ ਐਫ, ਜਿਹਦਾ ਵੀ ਇੱਥੇ ਪੁੱਛਿਆ ਗਿਆ ਐਫ, ਇੱਥੇ ਐਫ।
ਹੁਣ ਇੱਥੇ ਮੰਨ ਲਓ ਆਪਣੇ ਕੋਲ ਐਫ ਆ ਨਾ, ਅਤੇ ਆਪਾਂ ਇੱਥੇ ਐਫ ਲਿਖਾਂਗੇ, ਸੌਰੀ ਮੇਰੇ ਕੋ ਮਿਸਟੇਕ ਹੋ ਗਈ ਸੀ ਥੋੜੀ, ਠੀਕ ਹੈ, ਐਫ ਆਊਗਾ। ਜਦੋਂ ਆਪਣੇ ਕਹੂਗਾ ਨਾ ਡਾਇਵਰਜੈਂਸ ਆਫ ਗ੍ਰੇਡੀਐਂਟ ਫਾਈ, ਡਾਇਵਰਜੈਂਸ ਆ, ਫਿਰ ਆਪਾਂ ਨੂੰ ਪਤਾ ਕਿ ਹੀ ਡੈਲ ਡਾਟ ਗ੍ਰੇਡੀਐਂਟ ਫਾਈ ਕਾਹਦੇ ਬਰਾਬਰ ਹੁੰਦਾ, ਡੈਲ ਇੰਟੂ ਫਾਈ ਦੇ, ਠੀਕ ਆ। ਕਰਲ ਹੋਵੇ ਅਤੇ ਉਹ ਡੈਲ ਕ੍ਰੋਸ ਹੁੰਦਾ, ਇੱਥੇ ਪੜ੍ਹਿਆ ਨਾ ਪਾਉਣੇ, ਕਰਲ ਹੋਵੇ ਅਤੇ ਡੈਲ ਕ੍ਰੋਸ ਹੁੰਦਾ, ਨਾਲ ਕਰਲ ਐਫ ਆ, ਇਹਦਾ ਮਤਲਬ ਕੀ ਹੋ ਜਾਊਗਾ, ਡੈਲ ਕ੍ਰੋਸ ਐਫ। ਗ੍ਰੇਡੀਐਂਟ ਡਾਇਵਰਜੈਂਸ ਐਫ, ਗ੍ਰੇਡੀਐਂਟ ਮਤਲਬ ਡੈਲ, ਡਾਇਵਰਜੈਂਸ ਐਫ ਦਾ ਮਤਲਬ ਹੁੰਦਾ ਡੈਲ ਡਾਟ ਐਫ। ਇੱਥੇ ਡਾਟ ਲਾਓਗੇ ਤਾਂ ਉਹਦਾ ਕੋਈ ਫਾਇਦਾ ਨਹੀਂ ਹੋਣਾ, ਉਹਦਾ ਕੋਈ ਮਤਲਬ ਨਹੀਂ ਨਿਕਲਦਾ, ਕੋਈ ਸੈਂਸ ਨਹੀਂ ਬਣਦੀ। ਡੈਲ ਡਾਟ ਅਗੇਨ ਡੈਲ ਡਾਟ ਐਫ, ਉਹਦੇ ਕੋਈ ਮਤਲਬ ਨਾ ਹੋਇਆ। ਦੈਟਸ ਵਾਈ ਜਿਹੜਾ ਇਹਦਾ ਡਾਟ ਪ੍ਰੋਡਕਟ ਉਹ ਅੰਦਰ ਕੰਸੀਡਰ ਹੋਣਾ ਗ੍ਰੇਡੀਐਂਟ ਡਾਇਵਰਜੈਂਸ ਕੇਸ ਦੇ ਵਿੱਚ, ਠੀਕ ਆ। ਕੁਝ ਕੁ ਇੰਪੋਰਟੈਂਟ ਪ੍ਰੋਪਰਟੀਜ਼ ਨੇ ਅਦਰ, ਧਿਆਨ ਨਾਲ ਦੇਖਿਓ। ਕਰਲ ਆਫ ਗ੍ਰੇਡੀਐਂਟ ਫਾਈ, ਕਰਲ ਦਾ ਮਤਲਬ ਡੈਲ ਮਲਟੀਪਲਾਈ, ਇਹ ਅੱਖਰ ਨੂੰ ਆਪਾਂ ਅੰਗਰੇਜ਼ੀ 'ਚ ਕਰਲ ਕਹਿੰਦੇ ਹਾਂ। ਗ੍ਰੇਡੀਐਂਟ ਫਾਈ, ਗ੍ਰੈਡ ਦਾ ਮਤਲਬ ਡੈਲ, ਫਾਈ ਐਫ ਆ ਬਰਾਬਰ ਹੁੰਦੀ 0 ਦੇ, ਯਾਦ ਰੱਖਣੀ ਆ। ਡਾਇਵਰਜੈਂਸ ਡੈਲ, ਡਾਇਵਰਜੈਂਸ ਦਾ ਮਤਲਬ ਨਾ ਡੈਲ ਡਾਟ ਹੁੰਦੀ ਆ। ਕਰਲ ਐਫ ਫਿਰ ਕੀ ਹੁੰਦਾ, ਕ੍ਰੋਸ ਮਲਟੀਪਲਾਈ, ਇਹ ਵੀ ਇਕੁਅਲ ਹੁੰਦਾ 0 ਦੇ। ਡਾਇਵਰਜੈਂਸ ਕੀ ਹੋ ਗਿਆ, ਡੈਲ ਡਾਟ। ਗ੍ਰੈਡ ਫਾਈ, ਹੁਣ ਡੈਲ ਇੰਟੂ ਡੈਲ ਕੀ ਬਣ ਗਿਆ, ਡੈਲ ਸਕੁਆਇਰ ਫਾਈ। ਇਹਨੂੰ ਮੈਂ ਨਹੀਂ ਲਿਖ ਸਕਦੀ, ਆਹ ਪ੍ਰੋਪਰਟੀ ਹਮੇਸ਼ਾ ਇਕੁਅਲ ਟੂ 0 ਹੁੰਦੀ ਹੈ, ਬਟ ਆਹ ਪ੍ਰੋਪਰਟੀ ਇਕੁਅਲ ਟੂ ਦਿਸ, ਇਹ ਗ੍ਰੇਡੀਐਂਟ ਦੀ ਡਾਇਵਰਜੈਂਸ ਦੀ ਇੱਕ ਡੈਫੀਨੇਸ਼ਨ ਆ, ਠੀਕ ਆ। ਇੱਕ ਲਾਸਟ ਪ੍ਰੋਪਰਟੀ ਆ, ਇਹ ਨੂਮੈਰੀਕਲ 'ਚ ਯੂਜ਼ ਹੋਣੀ, ਮੈਂ ਤਾਂ ਕਰਕੇ ਲਿਖੀ, ਇੱਥੇ ਕਨਫਿਊਜ਼ ਨਹੀਂ ਹੋਣਾ। ਡੈਲ ਕ੍ਰੋਸ ਐਫ ਇਜ਼ ਇਕੁਅਲ ਟੂ ਡੈਲ ਇੰਟੂ ਡੈਲ ਡਾਟ ਐਫ ਮਾਈਨਸ ਡੈਲ ਸਕੁਆਇਰ ਐਫ, ਆਹ ਤੁਹਾਨੂੰ ਪੇਪਰ ਦੇ ਵਿੱਚ ਗਿਵਨ ਹੋਊਗੀ, ਠੀਕ ਆ। ਮੈਂ ਸਿਰਫ ਇੱਥੇ ਲਿਖੀ ਆ ਕਿ ਆਪਾਂ ਇਹਨੂੰ ਨੂਮੈਰੀਕਲ ਦੇ ਵਿੱਚ ਯੂਜ਼ ਕਰਦੇ ਹਾਂ। ਕਿਸੇ ਵੀ ਬੱਚੇ ਨੇ ਇਹਨਾਂ ਟਰਮਸ ਨੂੰ ਦੇਖ ਕੇ ਕਨਫਿਊਜ਼ ਨਹੀਂ ਹੋਣਾ, ਅਜੇ ਸਿਰਫ ਸ਼ੁਰੂ ਹੋਇਆ। ਹੌਲੀ ਹੌਲੀ ਜਿਵੇਂ ਜਿਵੇਂ ਤੁਸੀਂ ਪੜ੍ਹਦੇ ਜਾਓਗੇ ਨਾ, ਇਹ ਆਪਾਂ ਨੂੰ ਯਾਦ ਹੁੰਦੀਆਂ ਜਾਣੀਆਂ, ਠੀਕ ਆ। ਅਜੇ ਸਾਡੀ ਸਟਾਰਟਿੰਗ ਆ, ਤਾਂ ਕਰਕੇ ਥੋੜ੍ਹਾ ਕੁ ਡਿਫੀਕਲਟ ਲੱਗਣਾ, ਜ਼ਿਆਦਾ ਨਹੀਂ, ਓਕੇ। ਐਂਡ ਆਈ ਪ੍ਰੋਮਿਸ ਵਿਦ ਯੂ, ਆਪਾਂ ਇੰਨੇ ਕੁ ਕੈਪੇਬਲ ਹੋ ਜਾਂਦੇ ਹੁੰਦੇ ਹਾਂ ਕਿ ਸਾਨੂੰ ਯੂਨਿਟ ਦਾ ਐਂਡ ਹੁੰਦੇ ਤੱਕ ਇਹ ਚੀਜ਼ਾਂ ਯਾਦ ਹੋ ਜਾਂਦੀਆਂ, ਠੀਕ ਆ। ਓਕੇ ਬੱਚੇ, ਥੈਂਕ ਯੂ ਸੋ ਮਚ।